ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੀਟੀਸੀ ਪੰਜਾਬੀ ਕੈਨੇਡਾ ਦੇ ਸ਼ੋਅ ਦ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ। ਆਪਣੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਦੇ ਕਰਕੇ ਤੁਹਾਨੂੰ ਕੈਨੇਡਾ ਆਉਣ ਤੋਂ ਮਨਾਹੀ ਹੋ ਸਕਦੀ ਹੈ, ਜਾਂ ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਫਿਰ ਤੁਹਾਨੂੰ ਵਾਪਸੀ ਦਾ ਰਾਹ ਵੀ ਦਿਖਾਇਆ ਜਾ ਸਕਦਾ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਨੰਦਾ ਐਂਡ ਐਸੋਸੀਏਟ ਲਾਇਰਸ ਤੋਂ ਮਨਦੀਪ ਚੌਧਰੀ ਤੇ ਵਸੀਮ ਸ਼ੇਖ ਜੀ। ਮਨਦੀਪ ਜੀ, ਵਸੀਮ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਇੱਕ ਵਾਰੀ। ਥੈਂਕ ਯੂ ਜੀ। ਜਿਵੇਂ ਕਿ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਅਗਰ ਤੁਹਾਡੇ ਤੇ ਕੋਈ ਕ੍ਰਿਮੀਨਲ ਚਾਰਜਿਸ ਲੱਗ ਜਾਂਦੇ ਨੇ ਤੇ ਤੁਹਾਡਾ ਕੈਨੇਡਾ 'ਚ ਜਿਹੜਾ ਦਾਖਲਾ ਆ ਉਹ ਬੈਨ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕੈਨੇਡਾ ਦੇ ਅੰਦਰ ਮੌਜੂਦ ਹੋ ਔਰ ਅੱਗੇ ਤੁਹਾਡੀ ਜਿਹੜੀ ਪ੍ਰੋਸੈਸਿੰਗ ਹੈ ਉਹ ਵੀ ਰੁਕ ਸਕਦੀ ਹੈ ਔਰ ਤੁਹਾਨੂੰ ਵਾਪਸੀ ਲਈ ਕਿਹਾ ਜਾ ਸਕਦਾ ਹੈ। ਅੱਜ ਅਸੀਂ ਗੱਲਬਾਤ ਕਰਦੇ ਹਾਂ ਕਿ ਕ੍ਰਿਮੀਨਲ ਤੋਂ ਇਲਾਵਾ ਵੀ ਤੁਸੀਂ ਗੱਲ ਕੀਤੀ ਸੀ ਪਿਛਲੇ ਐਪੀਸੋਡ ਦੇ ਵਿੱਚ ਕਿ ਹੋਰ ਵੀ ਤਰੀਕੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਕੈਨੇਡਾ ਆਉਣ ਤੋਂ ਨਾ ਹੋ ਸਕਦੀ ਹੈ ਜਾਂ ਫਿਰ ਕੈਨੇਡਾ 'ਚ ਬੈਠਿਆਂ ਨੂੰ ਤੁਹਾਨੂੰ ਵਾਪਸ ਮੁੜਨਾ ਪੈ ਸਕਦਾ ਹੈ। ਕਿਹੜੇ ਨੇ ਉਹ ਹੋਰ ਕੇਸਿਸ ਜਿਹੜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਅੱਜ? ਜੀ ਜਿੱਦਾਂ ਮੈਂ ਦੱਸਿਆ ਸੀ, ਇਨਐਡਮਿਸਿਬਿਲਿਟੀਜ਼ ਜੋ ਨੈਕਸਟ ਇਨਐਡਮਿਸਿਬਿਲਿਟੀ ਜੋ ਅੱਜ ਡਿਸਕਸ ਕਰਨਾ ਚਾਹੁੰਦਾ ਹੈ ਉਹ ਹੈਗੀ ਹੈ ਮੈਡੀਕਲ ਇਨਐਡਮਿਸਿਬਿਲਿਟੀ। ਇਹਦੇ 'ਚ ਬੇਸਿਕਲੀ 3 ਰਿਕੁਆਇਰਮੈਂਟਸ ਹੁੰਦੀ ਹੈ ਜਿਹਦੇ ਬੇਸਿਸ ਤੇ ਤੁਹਾਡੇ ਕੋਲ ਮੈਡੀਕਲ ਇਨਐਡਮਿਸਿਬਿਲਿਟੀ ਲੱਗ ਸਕਦੀ ਹੈ। ਪਹਿਲੇ ਰਿਕੁਆਇਰਮੈਂਟ ਹੈਗੀ ਜੀ ਡੇਂਜਰ ਟੂ ਪਬਲਿਕ ਹੈਲਥ, ਕਿ ਤੁਹਾਨੂੰ ਡੇਂਜਰ ਹੈ ਪਬਲਿਕ ਹੈਲਥ ਨੂੰ, ਡੇਂਜਰ ਟੂ ਪਬਲਿਕ ਸੇਫਟੀ ਤੇ ਐਕਸੈਸਿਵ ਡਿਮਾਂਡ ਔਨ ਹੈਲਥ ਸਿਸਟਮ। These are the 3 bases ਜਿਹਦੇ ਬੇਸਿਸ ਤੇ ਤੁਹਾਡੇ ਕੋਲ ਮੈਡੀਕਲ ਇਨਐਡਮਿਸਿਬਿਲਿਟੀ ਲੱਗ ਜਾਂਦੀ ਹੈ। ਨਾਰਮਲੀ ਹੁੰਦਾ ਕੀ ਹੈ ਕਿ ਇਮੀਗ੍ਰੇਸ਼ਨ ਅਗਰ ਡਿਪੈਂਡਿੰਗ ਅਪੋਨ ਤੁਸੀਂ ਚਾਹੇ ਤੁਸੀਂ ਟੈਂਪਰੇਰੀ ਬੇਸਿਸ ਤੇ ਆਏ ਤੇ ਪਰਮਾਨੈਂਟ ਬੇਸਿਸ ਤੇ ਆਏ, ਮੈਡੀਕਲ ਦੀ ਰਿਕੁਆਇਰਮੈਂਟ ਹੁੰਦੀ ਹੈ। ਜਦ ਵੀ ਮੈਡੀਕਲ ਉਹਨਾਂ ਨੂੰ ਰਿਸੀਵ ਹੁੰਦਾ ਹੈ ਉਹਦੇ ਬੇਸ ਤੇ ਕਿਉਂਕਿ ਜੋ ਪੈਨਲ ਡਾਕਟਰ ਹੁੰਦਾ ਉਹ ਡਾਇਰੈਕਟਲੀ ਇਮੀਗ੍ਰੇਸ਼ਨ ਨੂੰ ਉਹ ਮੈਡੀਕਲ ਸੈਂਡ ਕਰਦਾ, ਉਹਦੇ ਬੇਸ ਤੇ ਇਮੀਗ੍ਰੇਸ਼ਨ ਆਫਿਸਰ ਡਿਟਰਮਿਨ ਕਰਦਾ ਕਿ ਇੱਕ ਮੈਡੀਕਲ ਇਨਐਡਮਿਸਿਬਿਲਿਟੀ ਆਉਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਮੀਗ੍ਰੇਸ਼ਨ ਰਾਈਟ ਵੇ ਤੁਹਾਡੀ ਫਾਈਲ ਰਿਜੈਕਟ ਕਰ ਦਿੰਦਾ। ਉਹ ਤੁਹਾਨੂੰ ਇੱਕ ਪ੍ਰੋਸੀਜਰਲ ਫੇਅਰਨੈਸ ਲੈਟਰ ਭੇਜਦਾ ਜਿਹਦੇ 'ਚ ਤੁਹਾਨੂੰ ਇੱਕ ਰਿਪਲਾਈ ਕਰਨਾ ਹੁੰਦਾ ਹੈ ਕਿ ਵਾਈ ਯੂ ਸ਼ੁੱਡ ਨਾਟ ਬੀ ਮੈਡੀਕਲ ਇਨਐਡਮਿਸਿਬਲ, ਤੁਸੀਂ ਨਾ ਹੋ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਬੇਸਿਕ ਜੋ ਰਿਕੁਆਇਰਮੈਂਟ ਹੈਗੀ ਹੈ, ਪ੍ਰੀਟੈਕਸ ਇਹੀ ਹੈਗਾ ਕਿ ਜੋ ਬਿਮਾਰੀਆਂ ਹੈਗੀਆਂ ਉਹ ਇਹੋ ਜਿਹੀ ਬਿਮਾਰੀਆਂ ਨਾ ਹੋਣ ਜਿਹਦੇ ਕਰਕੇ ਐਕਸੈਸਿਵ ਡਿਮਾਂਡ ਹੋਏ। ਇਮੀਗ੍ਰੇਸ਼ਨ ਕੈਨੇਡਾ ਨੇ ਇੱਕ ਨੰਬਰ ਡਿਟਰਮਿਨ ਕੀਤਾ ਹੈ 20,517 ਪਰ ਈਅਰ। 5 ਸਾਲ ਦੀ ਰਿਕੁਆਇਰਮੈਂਟ ਹੁੰਦੀ ਹੈ, ਇਸ ਨੰਬਰ ਤੋਂ ਜ਼ਿਆਦਾ ਐਕਸੀਡ ਨਹੀਂ ਕਰਨਾ ਚਾਹੀਦਾ। ਤੇ ਦੂਜੀ ਹੁੰਦੀ ਹੈ ਕਿ ਕੋਈ ਵੀ ਸੀਰੀਅਸ ਕੰਡੀਸ਼ਨ ਹੋ ਗਈ, ਜਿੱਦਾਂ ਐਗਜ਼ਾਮਪਲ ਦਿੰਦਾ ਕੋਈ ਕਿਡਨੀ ਫੇਲੀਅਰ ਹੋ ਗਈ ਜਾਂ ਹਾਰਟ ਡਿਸੀਜ਼ਜ਼ ਹੋ ਗਏ ਜਿਹਦੇ 'ਚ ਬਹੁਤ ਜ਼ਿਆਦਾ ਸਟ੍ਰੇਨ ਪੈ ਸਕਦਾ ਕੈਨੇਡੀਅਨ ਸਿਸਟਮ ਨੂੰ, ਉਹ ਮੈਡੀਕਲ ਇਨਐਡਮਿਸਿਬਿਲਿਟੀ 'ਚ ਕਵਰ ਹੁੰਦੀ ਹੈ। ਤੇ ਜਿੱਦਾਂ ਮੈਂ ਲਾਸਟ ਟਾਈਮ ਵੀ ਕਿਹਾ ਸੀ ਆਪਣੇ ਵਿਊਅਰਸ ਨੂੰ ਕਿ ਅਗਰ ਤੁਹਾਨੂੰ ਪ੍ਰੋਸੀਜਰਲ ਫੇਅਰਨੈਸ ਦਾ ਲੈਟਰ ਆਉਂਦਾ ਹੈ, ਰਾਈਟ ਵੇ ਕੰਟੈਕਟ ਇਮੀਗ੍ਰੇਸ਼ਨ ਲਾਇਰ ਔਰ ਰੈਗੂਲਾਈਜ਼ ਕੰਸਲਟੈਂਟ ਤਾਂ ਕਿ ਉਹ ਤੁਹਾਡੀ ਅਸਿਸਟੈਂਸ ਕਰ ਰੱਖੇ। ਟਰਾਈ ਨਾਟ ਟੂ ਸੈਂਡ ਦਿਸ ਡਾਕੂਮੈਂਟਸ ਬਾय देमसेल्फ, क्योंकि ये स्पेशलाइज यूनिट होती है जो थोड़ा ये डील करती है इस मैटर पे। कई बार ये होती है मेडिकल जो है वो एग्जाम भी होता है, जैसे स्पाउसल स्पॉन्सरशिप एप्लीकेशन में रिक्वायरमेंट तो है मेडिकल की, बट इवन इफ यू आर इनएडमिसिबल देन देयर आर सर्टेन थिंग्स दैट दोज आर एग्जेम्प्टेड फ्रॉम मेडिकल इनएडमिसिबिलिटी। दूसरा, कई बार ये होता है कि आप जब कनाडा आते हैं तो द मेन, जैसा मनदीप जी ने बताया, यही कि उसकी सर्टेन लिमिट है, अगर एक्सपेंसेस उससे ज़्यादा जाते हैं तो देन that is treated as inadmissibility। कई बार ये होता है कि उनको मॉनिटरिंग में भी रखते हैं यहाँ पे। सपोज करो टीबी वगैरह है तो उस केसेस के अंदर उनको कनाडा में आके, ऑल्दो दे आर एडमिसिबल, सारी कुछ चीज़ें ठीक होती है, उनको अलाउ करते हैं कनाडा में आने के लिए, बट दे आर स्टिल दे आर गोइंग टू पुट अंडर सर्वेलेंस। ये चीज़ें भी होती हैं उसमें। जी वसीम जी, जिवें तुसीं गलबात कर ही रहे हो तो मनदीप जी ने भी सानू दस्सिया कि मैडिकल किवें इंपैक्ट जिहड़ा है वो पाउंदा तुहाडी फाइल दे उत्ते। कई वारी की हुंदा है कि इत्थे असीं जिहड़े आ वर्क परमिट ते हुंदे आ और जदों असीं स्टूडेंट फाइल लगाई हुंदी है उदों सानू मैडिकल च कोई एज सच ट्रबल नहीं आउंदी, लेकिन वो जिहड़ा वक्फा हुंदा है स्टूडेंट वीज़े तो लैके PR तक दा, उहदे विच हो सकदा है कि कुछ इदां दा हो जावे, हैल्थ कंडीशन कोई आ जावे। अगर उदों कोई हैल्थ कंडीशन इदां दी आउंदी है क्योंकि दोबारा भी मैडिकल हुंदा है PR तो पहलां, ਤੇ ਉਦੋਂ ਵੀ ਇਹ ਜਿਹੜੇ ਰੂਲਸ ਨੇ ਉਹ ਸੇਮ ਰਹਿੰਦੇ ਨੇ?
जी देखो, मेडिकल का जो है वो दैट इज़ डिफरेंट पर्पसेस से होती है। अब टेम्पररी वर्कर पे जो आते हैं लोग, या तो सपोज करो पेरेंट्स सुपर वीज़ा पे आते हैं, लेट्स टेक एन एग्जांपल के पेरेंट्स जो सुपर वीज़ा पे आते हैं, सुपर वीज़ा में मेडिकल इज़ मैंडेटरी, बट देन एट द सेम टाइम जो स्पॉन्सर होता है वो मेडिकल बाय करता है पेरेंट्स के लिए। सो यहाँ पे जो मेडिकल के एक्सपेंसेस के बर्डन जो है वो इंश्योरेंस कंपनी में जाते हैं, ना कि गवर्नमेंट के ऊपर। कैनेडियन गवर्नमेंट पे बर्डन नहीं है। सो यहाँ पे इतना प्रॉब्लम नहीं। इवन इफ यू आर मेडिकली unfit, the insurance company is going to bear the expenses whatsoever it may be. But जब आदमी permanent residency के लिए apply करता है, then he or she become a permanent resident, then वो तो सारा government के ऊपर burden जाता है if there is something happen. So government wanted to make sure कि आप जो PR बनने के बाद जो है वो expenses certain limit तक ही रहे if there is the case. Otherwise government will issue will like not approve the permanent residency application. So जो बच्चे यहाँ पे पढ़ने के लिए आते हैं या जो काम के लिए आते हैं, उनको डेफिनेटली परमानेंट रेसिडेंसी इमिग्रेशन के लिए अगर इन दौरान इन बिटवीन कुछ हो रहा है मेडिकली दे हैव सम इश्यूज, देन माइट बी एन इश्यू विद द परमानेंट रेसिडेंसी एप्लीकेशन। एक और चीज़ मैं इसमें ऐड करना चाहूँगा कि जो एक्सपेंसेस होते हैं मेडिकल के, दे आर ऑन गोइंग एक्सपेंसेस, देन इट इज़ गोइंग टू बी एन इनएडमिसिबिलिटी। बेसिकली ये जो मेडिकल इनएडमिसिबिलिटीज करके बहुत रेलेवेंट हैगी है, बिकॉज इन कनाडा अपना यूनिवर्सल हेल्थ केयर है। सो दैट मीन द मोमेंट यू बिकम अ परमानेंट रेजिडेंस, गवर्नमेंट विल टेक केयर ऑफ योर एक्सपेंसिव इन रिस्पेक्टिवली ਤੁਹਾਨੂੰ ਕੋਈ ਵੀ ਡਿਸੀਜ਼ ਹੋ। ਇਸ ਕਰਕੇ ਇਮੀਗ੍ਰੇਸ਼ਨ ਆਫਿਸਰਸ ਆਰ ਵੈਰੀ ਕੌਸ਼ੀਅਸ ਕਿ ਉਹ ਸਿਸਟਮ ਤੁਹਾਡਾ ਇੱਕ ਐਕਸਟਰਾ ਐਡੀਸ਼ਨਲ ਸਟ੍ਰੇਨ ਨਾ ਪਾਏ ਕੈਨੇਡੀਅਨ ਹੈਲਥ ਕੇਅਰ ਤੇ ਕੈਨੇਡੀਅਨ ਟੈਕਸ ਪੇਅਰਸ ਨੂੰ। ਬਟ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਤੁਹਾਡੇ ਤੇ ਕੋਈ ਅਗਰ ਮੈਡੀਕਲ ਇਨਐਡਮਿਸਿਬਿਲਿਟੀ ਹੋ ਰੱਖੀ ਹੈ ਤਾਂ ਤੁਸੀਂ ਓਵਰਕਮ ਨਹੀਂ ਕਰ ਸਕਦੇ। ਦੇयर इज ਵੇਰੀਅਸ ਫੈਡਰਲ ਕੋਰਟ ਦੀ ਬਹੁਤ ਜ਼ਿਆਦਾ ਲਿਟੀਗੇਸ਼ਨ ਹੋ ਰੱਖੀ ਹੈ ਇਸ ਮੈਟਰ ਤੇ। ਸਭ ਤੋਂ ਜੋ ਜ਼ਰੂਰੀ ਇਹ ਹੈਗਾ ਹੈ ਕਿ ਪ੍ਰੋਸੀਜਰਲ ਫੇਅਰਨੈਸ ਨੂੰ ਲੈਟਰ ਜਦ ਵੀ ਆਉਂਦੀ ਹੈ ਤੁਹਾਨੂੰ ਉਹ ਇਗਨੋਰ ਨਹੀਂ ਕਰਨੀ ਚਾਹੀਦੀ। ਦੈਟਸ ਵਾਟ ਆਈ ਕੈਨ ਸੇ ਟੂ ਦ ਜੀ ਵਸੀਮ ਜੀ, ਇਹ ਸਵਾਲ ਜਿਹੜਾ ਹੈ ਇਹ ਕਾਫੀਆਂ ਦੇ ਮਨ ਦੇ ਵਿੱਚ ਰਹਿੰਦਾ ਹੈ ਕਿ ਜਦੋਂ ਸਾਨੂੰ PR ਮਿਲ ਗਈ ਹੈ ਔਰ ਤਕਰੀਬਨ ਜਿਹੜਾ ਮੈਡੀਕਲ ਹੈ ਉਹ PR ਮਿਲਣ ਤੋਂ ਪਹਿਲਾਂ ਹੀ ਹੁੰਦਾ ਔਰ ਉਹਦੇ ਵਿੱਚ ਔਰ ਕਈ ਵਾਰੀ ਸਿਟੀਜ਼ਨਸ਼ਿਪ ਦੇ ਵਿੱਚ ਵੀ ਕਾਫੀ ਵਕਫਾ ਹੁੰਦਾ ਕਿ ਅਗਰ ਉਸ ਟਾਈਮ ਦੇ ਵਿੱਚ ਕੋਈ ਦਿੱਕਤ ਹੈਲਥ ਨੂੰ ਆਉਂਦੀ ਹੈ ਤਾਂ ਸਿਟੀਜ਼ਨਸ਼ਿਪ ਤੇ ਵੀ ਕੋਈ ਫਰਕ ਪੈਂਦਾ ਜਾਂ ਫਿਰ ਇੱਕ ਵਾਰੀ ਤੁਸੀਂ PR ਹੋ ਗਏ ਹੋ ਤਾਂ ਮੈਡੀਕਲ ਵੱਲੋਂ ਤੁਸੀਂ ਸਿਕਿਉਰ ਹੁੰਦੇ ਹੋ? नहीं देखो, once the person is enter and he is become a permanent resident, वो अगर उस टाइम पे उसकी मेडिकल जो रिक्वायरमेंट है वो फुलफिल होती है, सिटीजनशिप के लिए कोई मेडिकल रिक्वायरमेंट नहीं है। ਜੀ ਮਨਦੀਪ ਜੀ, ਜੇ ਅਸੀਂ ਗੱਲ ਕਰੀਏ ਅਗਲੀ ਟਾਈਪ ਦੀ ਤਾਂ ਤੁਸੀਂ ਦੱਸਿਆ ਸੀਗਾ ਕਿ ਫਾਈਨੈਂਸਿਸ ਵੀ ਬੜੇ ਜ਼ਰੂਰੀ ਹੁੰਦੇ ਨੇ। ਫਾਈਨੈਂਸਿਸ ਜੇ ਤੁਸੀਂ ਆਪਣੇ ਪ੍ਰੂਵ ਨਹੀਂ ਕਰ ਪਾਉਂਦੇ ਜਾਂ ਤੁਹਾਡੇ ਕੋਲ ਨਹੀਂ ਹੈਗੇ ਤਾਂ ਫਿਰ ਤੁਹਾਨੂੰ ਵੀ ਜਿਹੜੀ ਆ ਮਨਾਹੀ ਹੋ ਸਕਦੀ ਹੈ ਜਾਂ ਤੁਹਾਨੂੰ ਵਾਪਸੀ ਦਾ ਜਿਹੜਾ ਰਾਹ ਹੈ ਉਹ ਦਿਖਾਇਆ ਜਾ ਸਕਦਾ ਹੈ। ਇਹ ਕਦੋਂ ਜਿਹੜੀ ਹੈ ਇੰਪੋਰਟੈਂਸ ਰੱਖਦੀ ਹੈ, ਜਦੋਂ ਅਸੀਂ ਪਹਿਲੀ ਵਾਰੀ ਫਾਈਲ ਲਗਾਉਂਦੇ ਹਾਂ ਜਾਂ ਫਿਰ ਜਦੋਂ ਅਸੀਂ ਇੱਥੇ ਪਹੁੰਚ ਗਏ ਹਾਂ? ਮੰਨ ਲਓ ਸਟੂਡੈਂਟ ਹੈ ਕੋਈ, ਉਹ ਇੱਥੇ ਪਹੁੰਚ ਗਿਆ ਤਾਂ ਕਿ ਉਹਨੂੰ ਥਰੂ ਆਊਟ ਜਦੋਂ ਉਹਨੇ ਆਪਣਾ ਫਾਈਲ ਜਿਹੜੀ ਹੈ ਆਪਣਾ ਸਟੇਟਸ ਅਪਗ੍ਰੇਡ ਕਰਨਾ ਹੈ ਕਿ ਉਸ ਟਾਈਮ ਦੇ ਉੱਤੇ ਵੀ ਉਹਨੂੰ ਕੋਈ ਫੰਡਸ ਜਿਹੜੇ ਨੇ ਉਹ ਸ਼ੋਅ ਕਰਨੇ ਪੈਂਦੇ ਨੇ, ਆਪਣੇ ਫਾਈਨੈਂਸਿਸ ਜਿਹੜੇ ਨੇ ਉਹ ਦਿਖਾਉਣੇ ਪੈਂਦੇ ਨੇ? ਬਹੁਤ ਵਧੀਆ ਕੁਐਸਚਨ ਹੈ ਜੀ। ਫਾਈਨੈਂਸ਼ੀਅਲ ਜੋ ਆਬਲੀਗੇਸ਼ਨ, ਫਾਈਨੈਂਸ਼ੀਅਲ ਇਨਐਡਮਿਸਿਬਿਲਿਟੀ ਉਹ ਬੜੀ ਲਿਮਿਟਿਡ ਐਪਲੀਕੇਸ਼ਨ ਤੇ ਹੁੰਦੀ ਹੈ। ਜਿੱਦਾਂ ਤੁਹਾਡਾ ਕੁਐਸਚਨ ਹੈਗਾ ਸਟੂਡੈਂਟ ਵਾਲੇ ਕੇਸਿਸ ਤੇ, ਡਿਪੈਂਡਿੰਗ ਅਪਨ ਅਗਰ ਉਹ ਐਕਸਪ੍ਰੈਸ ਐਂਟਰੀ ਚ ਅਪਲਾਈ ਕਰਦੇ ਹੋ ਤੇ ਅਗਰ ਉਹ ਅਪਲਾਈ ਕਰ ਰਹੇ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਦੇ ਆਰ ਐਗਜ਼ੈਂਪਟਡ। ਰੀਜ਼ਨ ਬੀਇੰਗ ਇਜ਼ ਦੇ ਆਰ ਕਰੰਟਲੀ ਹੇਅਰ। ਇਹ ਜੋ ਮੈਡੀਕਲ ਫਾਈਨੈਂਸ਼ੀਅਲ ਇਨਐਡਮਿਸਿਬਿਲਿਟੀ ਲਾਈ ਗਈ ਹੈ ਉਹ ਇਸ ਕਰਕੇ ਹੈਗੀ ਹੈ ਕਿ ਦ ਮੋਮੈਂਟ ਅ ਪਰਸਨ ਕਮ ਔਨ ਅ ਪਰਮਨੈਂਟ ਰੈਜ਼ੀਡੈਂਸ ਉਹ ਕੈਨੇਡੀਅਨ ਸੋਸ਼ਲ ਸਰਵਿਸ ਤੇ ਸਟ੍ਰੇਨ ਨਾ ਪਏ। ਇਸ ਕਰਕੇ ਉਹਨਾਂ ਨੇ ਬੇਸਿਕ ਇਨਕਮ ਰਿਕੁਆਇਰਮੈਂਟ ਰੱਖੀ ਹੈ ਡਿਪੈਂਡਿੰਗ ਅਪਨ ਦ ਫੈਮਿਲੀ ਮੈਂਬਰਸ। ਜੇ ਤੁਹਾਡੇ ਫੈਮਿਲੀ ਮੈਂਬਰ ਕਿੰਨੇ ਹੈਗੇ ਉਹਨਾਂ ਦੇ ਅਕੋਰਡਿੰਗਲੀ ਹਰ ਸਾਲ ਇੱਕ LICO ਲੋ ਇਨਕਮ ਦਾ ਉਹਨਾਂ ਨੇ ਇੱਕ ਇੰਡੈਕਸ ਰੱਖਿਆ, ਉਹਦੇ ਬੇਸਿਸ ਤੇ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ। ਸਿੰਪਲ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਜਿੱਦਾਂ ਸੁਪਰ ਵੀਜ਼ਾ ਦੀ ਆਪਣੇ ਪੇਰੈਂਟ ਦੀ ਰਿਕੁਆਇਰਮੈਂਟ ਹੋ ਗਈ ਹੈ, ਵੀਜ਼ਾ ਤੇ ਹੈ ਜਾਂ ਇਨ ਕੈਨੇਡਾ ਵਰਕ ਪਰਮਿਟ ਤੇ ਹੈ, ਉਹਨਾਂ ਤੇ ਫਾਈਨੈਂਸ਼ੀਅਲ ਆਬਲੀਗੇਸ਼ਨ ਦੀ ਰਿਕੁਆਇਰਮੈਂਟ ਇਜ਼ ਨਾਟ ਦੇਅਰ। ਬਟ ਮੋਸਟਲੀ ਜੋ ਡਾਇਰੈਕਟ ਪਰਮਨੈਂਟ ਰੈਜ਼ੀਡੈਂਸ ਬੇਸਿਸ ਤੇ ਆਉਂਦੇ ਆ ਉਹਨਾਂ ਤੇ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ। ਜੀ ਸਵਾਲ ਅਜੇ ਹੋਰ ਵੀ ਨੇ ਪਰ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਦੇਖਦੇ ਰਹੋ ਦ ਇਮੀਗ੍ਰੇਸ਼ਨ ਸ਼ੋ।
ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ ਦ ਇਮੀਗ੍ਰੇਸ਼ਨ ਸ਼ੋਅ ਤੇ ਗੱਲਬਾਤ ਚੱਲ ਰਹੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਜੀ ਸ਼ੁਰੂਆਤ ਕਰਦੇ ਹਾਂ ਮਨਦੀਪ ਜੀ ਤੁਹਾਡੇ ਤੋਂ ਇੱਕ ਵਾਰੀ ਫਿਰ ਤੋਂ ਤੇ ਪੁੱਛਦੇ ਹਾਂ ਕਿ ਜਿਵੇਂ ਤੁਸੀਂ ਦੱਸ ਰਹੇ ਸੀਗੇ ਫਾਈਨੈਂਸ਼ੀਅਲ ਇਨਐਡਮਿਸਿਬਿਲਿਟੀ ਦੇ ਬਾਰੇ ਦੇ ਵਿੱਚ ਕਿ ਅਗਰ ਤੁਸੀਂ ਫਾਈਨੈਂਸਿਸ ਆਪਣੇ ਪ੍ਰੂਵ ਨਹੀਂ ਕਰ ਪਾਉਂਦੇ, ਸਟੂਡੈਂਟ ਹੋ, ਤੁਸੀਂ ਅੱਗੇ ਅਪਗ੍ਰੇਡ ਕਰਨਾ ਹੈ ਕੁਝ, ਤਾਂ ਕੁਝ ਕੇਸਿਸ ਦੇ ਵਿੱਚ ਉਹ ਕਾਫੀ ਇੰਪੋਰਟੈਂਟ ਨੇ, ਕੁਝ ਕੇਸਿਸ ਦੇ ਵਿੱਚ ਉਹ ਇੰਨੀ ਇੰਪੋਰਟੈਂਸ ਨਹੀਂ ਰੱਖਦੇ। ਬਹੁਤੀ ਵਾਰੀ ਇਹ ਹੁੰਦਾ ਹੈ ਕਿ ਜਦੋਂ ਅਸੀਂ PR ਲਗਾਉਣੀ ਹੁੰਦੀ ਹੈ ਬਾਹਰ ਬੈਠਿਆਂ ਤੇ ਉਦੋਂ ਸਾਨੂੰ ਕਿਹਾ ਜਾਂਦਾ ਹੈ ਫੰਡਸ ਸ਼ੋਅ ਕਰਨ ਦੇ ਲਈ। ਕਿੰਨੀ ਕੁ ਰਿਆਇਤ ਉਹਦੇ 'ਚ ਦਿੱਤੀ ਜਾਂਦੀ ਹੈ, ਕਿੰਨੇ ਕੁ ਇੰਪੋਰਟੈਂਟ ਹੁੰਦਾ ਹੈ ਕਿ ਉਹਨਾਂ ਨੂੰ ਓਨੇ ਹੀ ਨੰਬਰ ਆਫ ਫੰਡਸ ਜਿਹੜੇ ਨੇ ਉਹ ਸ਼ੋਅ ਕਰਨੇ ਪੈਣੇ ਨੇ। ਤੇ ਨਾਲ ਹੀ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਮੋਸਟਲੀ ਜਿਹੜੇ ਕੰਸਲਟੈਂਟ ਨੇ ਉਹ ਕਹਿ ਦਿੰਦੇ ਨੇ ਕਿ ਤੁਸੀਂ ਫੰਡਸ ਸ਼ੋਅ ਕਰ ਦਿਓ। ਸ਼ੋਅ ਕਰਨ ਦੇ ਬਾਅਦ ਕੀ ਉਹ ਇੰਡੀਆ ਛੱਡ ਕੇ ਆ ਸਕਦੇ ਨੇ ਉਹ ਫੰਡਸ, ਜਾਂ ਫਿਰ ਉਹਨਾਂ ਨੂੰ ਇੱਥੇ ਪਹੁੰਚ ਕੇ ਵੀ ਸ਼ੋਅ ਕਰਨਾ ਪੈਂਦਾ ਹੈ ਕਿ ਉਹ ਨਾਲ ਲੈ ਕੇ ਹੀ ਆਏ ਨੇ ਜਿਹੜਾ ਅਮਾਊਂਟ ਹੈ ਉਹਨਾਂ ਨੇ ਸ਼ੋਅ ਕੀਤਾ ਸੀ? ਹਾਂਜੀ, ਬੇਸਿਕਲੀ ਦਾ ਰੀਜ਼ਨ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਮੀਗ੍ਰੇਸ਼ਨ ਵਾਂਟ ਟੂ ਮੇਕ ਸ਼ੋਰ ਕਿ ਜਦ ਤੁਸੀਂ ਐਜ਼ ਅ ਪਰਮਨੈਂਟ ਬੇਸਿਸ ਤੇ ਆਓ ਇੱਥੇ ਤੁਸੀਂ ਇੱਕ ਕੈਨੇਡੀਅਨ ਸੋਸ਼ਲ ਸਰਵਿਸ ਤੇ ਸਟ੍ਰੇਨ ਨਾ ਪਾਓ। ਇਸ ਕਰਕੇ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡੇ ਕੋਲ ਐਕਸੈਸ ਹੋਣਾ ਚਾਹੀਦਾ ਹੈ, ਤੁਸੀਂ ਰਾਈਟ ਅਵੇ ਆ ਕੇ ਸੋਸ਼ਲ ਅਸਿਸਟੈਂਸ ਤੇ ਨਾ ਜਾਓ। ਇਸ ਕਰਕੇ ਐਜ਼ ਸੱਚ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਤੁਹਾਨੂੰ ਫੰਡਸ ਲੈ ਕੇ ਆਣੇ ਹੈਗੇ, ਬਟ ਓਨਲੀ ਥਿੰਗ ਇਜ਼ ਜਦ ਵੀ ਤੁਸੀਂ ਐਪਲੀਕੇਸ਼ਨ ਲਾਉਂਦੇ ਹੋ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ ਕਿ ਜੋ ਫੰਡਸ ਹੋਣੇ ਚਾਹੀਦੇ ਉਹ ਲਿਕੁਇਡ ਫੰਡਸ ਹੋਣੇ ਚਾਹੀਦੇ, ਕੋਈ ਫਾਈਨੈਂਸ਼ੀਅਲ ਐਸੈਟਸ ਨਹੀਂ ਹੋਣੇ ਚਾਹੀਦੇ। ਐਗਜ਼ਾਮਪਲ ਹੈਗੀ ਹੈ ਕਿਸੇ ਕੋਲ ਘਰ ਹੈਗਾ ਉਹ ਕੰਸੀਡਰ ਨਹੀਂ ਕੀਤਾ ਜਾ ਸਕਦਾ ਫੰਡਸ ਨੂੰ, ਪਰ ਕਿਸੇ ਕੋਲ FD ਹੈਗੀ ਹੈ ਜਾਂ ਸਰਟਨ ਰਿਕੁਆਇਰਮੈਂਟ ਜੋ ਸਪੈਸੀਫਿਕਲੀ ਯੂਜ਼ ਕੀਤੇ ਜਾ ਸਕਦੇ, ਐਕਸੈਸ ਕੀਤੀ ਜਾ ਸਕਦੀ, ਉਹਨੂੰ ਹੀ ਕੰਸੀਡਰ ਕੀਤਾ ਜਾਂਦਾ ਹੈਗਾ ਫੰਡਸ। ਠੀਕ ਹੈ ਜੀ। ਦੂਜੀ ਰਿਕੁਆਇਰਮੈਂਟ ਹੈਗੀ ਹੈ ਕਿ ਇੰਡੀਆ 'ਚ ਬਹੁਤ ਸਾਰੇ ਕੰਸਲਟੈਂਟ ਹੈਗੇ ਆ, ਈਵਨ ਉਹ ਐਡਵਾਈਸ ਕਰਦੇ ਕਿ ਆਪਾਂ ਸ਼ੋਅ ਕਰ ਦਾਂਗੇ ਤੁਹਾਡੇ ਡਾਕੂਮੈਂਟ, ਡੋਂਟ ਵਰੀ ਅਬਾਊਟ ਇਟ, ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਅਗੇਨ ਇਹ ਵਨ ਆਫ ਦਾ ਫਾਰਮ ਆਫ ਮਿਸਰਿਪਰੈਜ਼ੈਂਟੇਸ਼ਨ ਵੀ ਹੈਗੀ। ਅਗਰ ਤੁਹਾਡੀ ਇਮੀਗ੍ਰੇਸ਼ਨ ਆਫਿਸਰ ਫਰਦਰ ਕਨਫਰਮੇਸ਼ਨ ਕਰਦਾ ਹੈ ਜਾਂ ਤੁਹਾਨੂੰ ਇੰਟਰਵਿਊ ਤੋਂ ਬੁਲਾਉਂਦਾ ਹੈ, ਐਟ ਦੈਟ ਟਾਈਮ ਯੂ ਡੋਂਟ ਹੈਵ ਦਾ ਫੰਡਸ, ਅਗੇਨ ਇਟਸ ਅ ਵੈਰੀ ਸੀਰੀਅਸ ਕੰਸੀਕੁਐਂਸਸ। ਮੈਂ ਹਮੇਸ਼ਾ ਤੋਂ ਵਿਊਅਰਸ ਨੂੰ ਹੀ ਕਹਿੰਦਾ ਕਿ ਮੇਕ ਸ਼ੋਰ ਕਰਨ ਕਿ ਕੋਈ ਵੀ ਇਹੋ ਜਿਹੀ ਚੀਜ਼ਾਂ 'ਚ ਨਾ ਇੰਡਲਜ ਕਰਨ ਜਿਹਦੇ ਕਰਕੇ ਉਹਨਾਂ ਦੀ ਐਕਚੁਅਲੀ ਮਿਸਰਿਪਰੈਜ਼ੈਂਟੇਸ਼ਨ ਲੱਗ ਸਕਦੀ ਹੈ, ਜੋ ਕਿ ਸਭ ਤੋਂ ਸਵੇਅਰ ਕੰਸੀਕੁਐਂਸਸ ਹੈਗੇ ਆ ਆਪਣੇ ਕੈਨੇਡੀਅਨ ਇਮੀਗ੍ਰੇਸ਼ਨ ਦੇ। ਤੇ ਨੈਕਸਟ ਥਿੰਗ ਇਜ਼ ਅਗੇਨ ਡਿਪੈਂਡਿੰਗ ਅਪਨ ਕਿ ਤੁਸੀਂ ਪਰਮਨੈਂਟ ਬੇਸਿਸ ਤੇ ਆ ਰਹੇ ਹੋ ਜਾਂ ਟੈਂਪਰੇਰੀ ਬੇਸਿਸ ਤੇ ਆ ਰਹੇ ਹੋ। ਨਾਰਮਲੀ ਅਗਰ ਤੁਸੀਂ ਵਿਜ਼ਿਟਰ ਵੀਜ਼ਾ ਤੇ ਆ ਰਹੇ ਹੋ ਤੇ ਉਹਦੇ 'ਚ ਬਲੈਂਕਟ ਰਿਕੁਆਇਰਮੈਂਟ ਹੁੰਦੀ ਹੈ, ਇਮੀਗ੍ਰੇਸ਼ਨ ਵੱਲੋਂ ਰਿਕੁਆਇਰਮੈਂਟ ਨਹੀਂ ਹੈਗੀ ਹੈ, ਪਰ ਬੇਸਡ ਅਪਨ ਦਾ ਪ੍ਰੀਵੀਅਸ ਐਕਸਪੀਰੀਅੰਸ ਇੱਕ ਬੰਦਾ ਅਗਰ ਟੂਰਿਸਟ ਵੀਜ਼ਾ ਤੇ ਆ ਰਿਹਾ ਉਹਦੇ ਕੋਲ ਸਰਟਨ ਫੰਡਸ ਹੋਣੇ ਚਾਹੀਦੇ ਅਵੇਲੇਬਲ ਤਾਂ ਕਿ ਉਹ ਯੂਜ਼ ਕਰ ਸਕੇ। ਦੈਟਸ ਓਨਲੀ ਰਿਕੁਆਇਰਮੈਂਟ। ਪਰ ਅਗਰ ਤੁਸੀਂ ਪਰਮਨੈਂਟ ਬੇਸਿਸ ਤੇ ਆ ਰਹੇ ਹੋ, ਪਰਮਨੈਂਟ 'ਚ ਵੀ ਅਗਰ ਤੁਸੀਂ ਇਨਵੈਸਟਰ ਕੈਟੇਗਰੀ 'ਚ ਆ ਰਹੇ ਹੋ, ਦੈਨ ਯੈਸ ਯੂ ਨੀਡ ਟੂ ਹੈਵ ਦ ਫੰਡਸ ਅਵੇਲੇਬਲ 101%। ਪਰ ਅਗਰ ਤੁਸੀਂ ਇੱਕ ਨਾਰਮਲ ਪਰਮਨੈਂਟ ਬੇਸਿਸ ਤੇ ਸਪਾਊਸਲ ਬੇਸਿਸ ਤੇ ਆ ਰਹੇ ਹੋ ਜਾਂ ਐਕਸਪ੍ਰੈਸ ਐਂਟਰੀ 'ਚ ਆ ਰਹੇ ਹੋ, ਸਿਰਫ ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ, ਕਿਉਂਕਿ ਅਗਰ ਤੁਸੀਂ ਐਕਸਪ੍ਰੈਸ ਐਂਟਰੀ ਚਲਾਉਂਦੇ ਹੋ ਤੁਹਾਡੇ ਕੋਲ ਰਿਕੁਆਇਰਮੈਂਟ ਵੀ ਹੈਗੀ, ਤੁਹਾਨੂੰ ਇਮੀਗ੍ਰੇਸ਼ਨ ਕੈਨੇਡਾ ਨੂੰ ਸ਼ੋਅ ਕਰਨਾ ਪੈਂਦਾ, ਐਕਚੁਅਲੀ ਐਵੀਡੈਂਸ ਦੇਣੇ ਪੈਂਦੇ ਕਿ ਤੁਹਾਡੇ ਕੋਲ ਫੰਡਸ ਅਵੇਲੇਬਲ ਹੈਗੇ। ਤੇ ਮੇਕ ਸ਼ੋਰ ਕਰਨ ਕਿ ਉਹ ਕਿਸੇ ਵੀ ਕੰਸਲਟੈਂਟ ਜਾਂ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਇਨ ਇੰਡੀਆ ਜਾਂ ਇੱਥੇ ਵੀ ਕੋਈ ਉਹਨਾਂ ਨੂੰ ਇਹੋ ਜਿਹੀ ਐਕਟੀविटी 'ਚ ਇੰਡਲਜ करता है तो वो उन्हें इग्नोर करें। इसमें जो फंड्स हैं बेसिकली वो आपके नाम के होने चाहिए। फंड शुड बिलोंग टू यू एंड इफ यू हैव अ स्पाउस देन इट कैन बी इन कंबाइंड जॉइंट नेम, जॉइंट बैंक अकाउंट है हस्बैंड वाइफ का, वो वही चीज़ें मायने रखती हैं। द फंड शुड बिलोंग टू यू, दैट्स द क्राइटेरिया। दूसरा ये है कि जो आपका सवाल है कि जो आदमी बाहर से आ रहा है उसके सेटलमेंट फंड इज इट मैंडेटरी नॉट, एक ही केस में वो एग्जेम्प्ट होता है जब उनके पास कोई अरेंज एम्प्लॉयमेंट है। सपोज करो कोई कैनेडियन एम्प्लॉयर से उनको परमानेंट जॉब ऑफर मिली है एंड दे आर अप्लाइंग विद द हेल्प ऑफ अरेंज एम्प्लॉयमेंट, उसमें उनको 10 पॉइंट्स भी मिलते हैं एंड इन दैट केस देयर सेटलमेंट फंड रिक्वायरमेंट कैन आल्सो बी एग्जेम्प्टेड। इट्स नॉट मैंडेटरी दैट दे शुड ब्रिंग द रिक्वायर्ड फंड टुवर्ड्स सेटलमेंट फंड। सो ये दो चीज़ें हैं जो एडिशनली आई वुड लाइक टू ऐड दैट। ਜੀ ਮਨਦੀਪ ਜੀ, ਇੱਕ ਟਰਮ ਹੈ ਜਿਹਨੂੰ TRP ਕਹਿੰਦੇ ਨੇ। ਇਹ ਟਰਮ ਜਦੋਂ ਆਪਾਂ ਇਨਐਡਮਿਸਿਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਕਾਫੀ ਜਿਹੜੀ ਹੈ ਉਹ ਯੂਜ਼ 'ਚ ਆਉਂਦੀ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਇਹਦਾ ਕਨੈਕਸ਼ਨ ਹੈ ਔਰ ਕੀ ਇਹ ਟਰਮ ਹੈ ਕੀ ਸਭ ਤੋਂ ਪਹਿਲਾਂ? ਬੇਸਿਕਲੀ ਜੋ ਟਰਮ ਹੈਗੀ ਹੈ ਬੇਸਿਕ ਉਸ ਕੇਸਿਸ 'ਚ ਹੁੰਦੀ ਹੈ ਜਿੱਥੇ ਤੁਸੀਂ ਇਨਐਡਮਿਸਿਬਲ ਹੋ, ਕੋਈ ਵੀ ਸਰਟਨ ਰੀਜ਼ਨ ਕਰਕੇ, ਚਾਹੇ ਕ੍ਰਿਮੀਨਲ ਹੋ ਚਾਹੇ ਫਾਈਨੈਂਸ਼ੀਅਲ ਹੋ, ਕੋਈ ਵੀ ਰੀਜ਼ਨ ਕਰਕੇ ਤੁਸੀਂ ਕੈਨੇਡਾ 'ਚ ਆ ਨਹੀਂ ਸਕਦੇ ਤੇ ਤੁਸੀਂ ਐਗਜ਼ੈਕਟਲੀ ਇਮੀਗ੍ਰੇਸ਼ਨ ਕੈਨੇਡਾ ਤੋਂ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਮੰਗਦੇ ਹੋ ਕਿ ਸਾਨੂੰ ਐਗਜ਼ੈਂਪਟਡ ਕੀਤਾ ਜਾਏ। ਰੀਜ਼ਨ ਬੀਇੰਗ ਇਜ਼ ਥੀਸ ਆਰ ਦ ਸਰਕਮਸਟੈਂਸਸ, ਪਰ ਆਪਾਂ ਉਹਨੂੰ ਓਵਰਕਮ ਕਿੱਦਾਂ ਕੀਤਾ। ਜਿੱਦਾਂ ਕ੍ਰਿਮੀਨੈਲਿਟੀ ਦਾ ਅਗਰ ਕੋਈ, ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸਦਾ ਕਿ ਅੱਜ ਤੋਂ 10 ਸਾਲ ਪਹਿਲਾਂ ਕਿਸੇ ਦੇ ਕੇਸਿਸ ਹੋਏ ਸੀ ਐਂਡ ਹੀ ਹੈਜ਼ ਟੂ ਗੋ ਬੈਕ, ਉਹਨੂੰ ਡਿਪੋਰਟ ਕਰਤਾ ਗਿਆ ਤੇ ਅਗਰ ਹੀ ਵਾਂਟ ਟੂ ਕਮ ਬੈਕ, ਉਹਨੂੰ ਇੱਕ ਡਿਪੈਂਡਿੰਗ ਅਪਨ ਕਿ ਉਹਦੇ ਆਰਡਰ ਕਿਹੋ ਜਿਹੇ ਸੀ,
ਉਹਦੇ ਡੈਪੂਟੇਸ਼ਨ ਆਰਡਰ ਲੱਗੇ ਸੀ ਜਾਂ ਕਿਸ ਕਰਕੇ ਰੀਜ਼ਨ ਗਿਆ ਸੀ, ਤੇ ਉਹਦੇ ਅਕੋਰਡਿੰਗਲੀ ਤੁਸੀਂ ਜਾਂ ਤਾਂ TRP ਲਗਾਓਗੇ ਜਾਂ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਲਾਓਗੇ। ਸੇ ਨਾਰਮਲੀ ਅਗਰ ਇੱਕ ਲੇਮੈਨ ਟਰਮ 'ਚ ਮੈਂ ਤੁਹਾਨੂੰ ਦੱਸਾਂ ਕਿ ਇਹ ਜੋ TRP ਐਪਲੀਕੇਸ਼ਨ ਉਹ ਹੈਗੀ ਹੈ ਜਿਹਦੇ 'ਚ ਨਾਰਮਲੀ ਤੁਸੀਂ ਐਲੀਜੀਬਲ ਨਹੀਂ ਹੋ ਕਿਸੇ ਵੀ ਹੋਰ ਕੈਟਾਗਰੀ 'ਚ ਆਉਣ ਦੇ, ਬਟ ਯੂ ਜਸਟ ਵਾਂਟ ਟੂ ਕਮ ਹੇਅਰ ਔਨ ਟੈਂਪਰੇਰੀ ਬੇਸਿਸ and you have an ongoing inadmissibility. Misrepresentation 'ਚ ਤੁਸੀਂ TRP ਨਹੀਂ ਲਾ ਸਕਦੇ ਕਿਉਂਕਿ ਤੁਸੀਂ straight forward ban ਹੋ for next 5 years, but ਇਹ ਤੋਂ ਇਲਾਵਾ ਕੋਈ ਵੀ inadmissibility ਹੋ depending upon ਅਗਰ ਤੁਹਾਡੇ ਤੇ serious medical inadmissibility ਹੈ then you can't overcome, but certain inadmissibilities ਨੂੰ overcome ਕਰ ਸਕਦੇ ਹੋ। Again ਇੱਕ qualified lawyer ਔਰ ਇੱਕ qualified consultant ਤੁਹਾਨੂੰ ਇਹਦੇ 'ਚ assist ਕਰ ਸਕਦਾ ਹੈ ਕਿ ਤੁਸੀਂ qualify ਕਰਦੇ ਵੀ ਹੋ कि नहीं करते। ये चीज़ें जो है रागिनी जी TRP की जो है, जो मनदीप जी ने बताया कि बाहर लोग हैं, यही चीज़ें एप्लीकेबल होती है जो लोग कनाडा में हैं। सपोज करो दे आर इनएडमिसिबल और दे आर आउट ऑफ स्टेटस फॉर सम हाउ, सो लेट्स से सम विजिटर जो है उनका स्टेटस एक्सपायर हो गया एंड देन दे ऑब्वियसली दे हैव 90 डेज, विजिटर या वर्कर है उनके पास 90 डेज होते हैं रिस्टोरेशन के लिए। सपोज करो वो पीरियड भी निकल गया उनका, सो देन वो इनएडमिसिबल हो जाते हैं, एक हिसाब से आउट ऑफ स्टेटस हो जाते हैं। इन दैट केस इफ दे वांट टू यूज TRP, बट TRP में जो रिक्वायरमेंट है वो ये भी है कि जो बंदा TRP टेम्पोररी रेसिडेंट परमिट के लिए अप्लाई कर रहा है उसका कनाडा में रहना इज इम्पॉर्टेंट, and that's like very important to prove कि why not normal case में या सभी cases में आप अप्लाई कर रहे हो कि मैं आउट ऑफ स्टेटस हो गया, inadmissible हो गया, then I can apply for TRP. It doesn't work that way. You need to prove that why things happen, why you forgot to apply or renew, and why you became inadmissible, and why it is necessary and important for you to stay in Canada. In that case you can use the temporary resident permit. Otherwise जो मनदीप जी ने बताया हो that बाकी जो सारी चीजें हैं inadmissibility की, then in order to overcome or not to overcome but to come to Canada on temporary resident as a temporary resident you can apply for TRP। ਜੀ ਵਸੀਮ ਜੀ, ਨਾਰਮਲ ਫਾਈਲਸ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਅਸੀਂ ਕੀਤੀ ਹੈ, ਪਰ ਇੱਕ ਹੋਰ ਜਿਹੜੀ ਬਹੁਤ ਵੱਡੀ ਚੀਜ਼ ਹੈ ਜਿਹੜੀ ਉਹਨੇ ਸਾਰੇ ਦੇਸ਼ਾਂ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹਦੇ ਕਾਫੀ ਜਿਹੜਾ ਹੈ ਵੱਡਾ ਇੰਪੈਕਟ ਪਾਇਆ ਹੈ। ਕੱਲ੍ਹ ਅਸੀਂ ਦੇਖਿਆ ਕਿ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਟੈਂਪਰੇਰੀਲੀ ਜਿਹੜਾ ਹੈ ਇਮੀਗ੍ਰੇਸ਼ਨ ਨੂੰ ਸਸਪੈਂਡ ਕਰਨ ਦਾ ਟਵੀਟ ਜਿਹੜਾ ਕੀਤਾ ਸੀ। ਕੀ ਇਹੋ ਜਿਹਾ ਕੋਈ ਡਿਸੀਜਨ ਜਿਹੜਾ ਹੈ ਉਹ ਕੈਨੇਡਾ ਵੱਲੋਂ ਵੀ ਲਿਆ ਗਿਆ ਹੈ ਜਾਂ ਫਿਰ ਕੀ ਅਪਡੇਟ ਹੈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ COVID-19 ਨੂੰ ਲੈ ਕੇ? देखो so far Canadian immigration is concerned, जो एप्लीकेशन का इंटेक है नॉर्मल फॉर ऑल कैटेगरीज, सभी कैटेगरीज में जो इंटेक है दैट इज स्टिल ऑन गोइंग। चाहे आप विजिटर वीज़ा ले लो, वर्क परमिट ले लो, PR की एप्लीकेशंस ले लो, एक्सप्रेस एंट्री के अभी भी ड्रॉ हो रहे हैं, स्पाउसल स्पॉन्सरशिप एप्लीकेशंस आर ऑल्सो बीइंग उसका भी इंटेक हो रहा है। द ओनली पॉज गवर्नमेंट ऑफ कैनेडा हैज पुट सो फार इज फॉर द विजिटर वीज़ा एप्लीकेशंस जो है उसका प्रोसेसिंग पे। सो इंटेक इज still there, they are still accepting visitor visa application, but they have put pause temporarily for processing visitor visa application. Otherwise बाकी जो applications हैं उसका intake भी normal है, उसका processing because of the situation COVID-19 obviously it's going to be slow, but they are still processing applications। जो जिन लोगों को जैसा लास्ट एपिसोड्स में हमने डिस्कस किया था कि जो परमानेंट रेसिडेंट्स जो हैं जिन लोगों का वीज़ा ग्रांट हुआ है मार्च 18 से पहले दे कैन ट्रैवल, जो विजिटर्स और वर्कर्स जो हैं उन लोगों का अगर मार्च 18 से वीज़ा पहले ग्रांट हुआ है दे कैन स्टिल ट्रैवल। देयर आर सम exceptions and waivers for that as well, who cannot travel and who can travel। I would suggest again जो भी व्यूअर्स देख रहे हैं उनके लिए कि canada.ca पे अपडेटेड इंफॉर्मेशन होती है। दिस इज not frequently changing now because of little bit stabilized, but still whenever you want to come you should review that requirement। But so far as your question is concerned, government of Canada is processing applications as usual and they are taking applications, new applications as well। ਜੀ ਮਨਦੀਪ ਜੀ, ਇੱਕ ਹੋਰ ਸਵਾਲ ਇਹਦੇ ਨਾਲ ਹੀ ਬਣਦਾ ਹੈ ਕਿ ਬਹੁਤੇ ਲੋਕ ਨੇ ਜਿਹੜੇ ਇੱਥੇ ਵਰਕ ਪਰਮਿਟ ਤੇ ਸੀਗੇ ਔਰ ਇੰਡੀਆ ਸਟਕ ਨੇ ਔਰ ਵਾਪਸ ਆਉਣਾ ਚਾਹੁੰਦੇ ਨੇ ਪਰ ਅਜੇ ਨਹੀਂ ਆ ਸਕਦੇ। ਕਈ ਇਹੋ ਜਿਹੇ ਵੀ ਲੋਕ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਵਰਕ ਪਰਮਿਟ ਹੈ ਉਹ ਐਕਸਪਾਇਰ ਹੋਣ ਵਾਲਾ ਹੈ ਔਰ ਉਹਨੂੰ ਐਕਸਟੈਂਡ ਕਰਨਾ ਚਾਹੁੰਦੇ ਨੇ। ਬਾਹਰ ਬੈਠ ਕੇ ਕੈਨੇਡਾ ਤੋਂ ਇਹ ਪੋਸੀਬਲ ਹੈ ਕਿ ਉਹ ਆਪਣੀ ਐਕਸਟੈਂਸ਼ਨ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਲਗਾ ਸਕਦੇ ਨੇ? ਪਹਿਲੀ ਚੀਜ਼ ਜੋ ਮੈਂ ਤੁਹਾਨੂੰ ਕਨਫਰਮ ਕਰਾਂਗਾ ਕਿ ਜਿੱਦਾਂ ਵਸੀਮ ਜੀ ਨੇ ਕਿਹਾ ਕਿ ਜੀ ਮਾਰਚ 18 ਇਹਨਾਂ ਨੇ ਸੋਲੀਫਾਈਡ ਕਰ ਰੱਖੀ ਹੈ ਕਿ ਅਗਰ ਉਹ ਤੋਂ ਪਹਿਲਾਂ ਤੁਹਾਡੇ ਕੋਲ
work permit ਹੈਗਾ you can still come, but currently ਜੋ priorities right now ਹੈਗੀ ਹੈ Canadian government ਦੀ is to bring Canadian citizens first, ਕਿਉਂਕਿ ਇੰਡੀਆ 'ਚ ਹੁਣੇ currently lockdown ਹੈਗਾ, ਮਈ 3 ਤੱਕ lockdown ਹੈਗਾ, ਤੇ first ਜੋ ਉਹਨਾਂ ਦੀ priority ਹੈ they are bringing the Canadian citizen, ਤੇ ਉਸ ਤੋਂ ਬਾਅਦ PR, ਤੇ ਅਗਰ ਐਕਸਟੈਂਸ਼ਨ ਨਹੀਂ ਹੋਏਗੀ ਤਾਂ ਹੋਪਫੁਲੀ ਦ ਟਰੈਵਲ ਵਿਲ ਬੀ ਨਾਰਮਲ। ਅਗਰ ਉਹ ਟਰੈਵਲ ਨਾਰਮਲ ਹੋ ਜਾਏਗਾ ਤਾਂ ਵੀਜ਼ਾ ਜੋ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈਗੀ 에ਅਰਲਾਈਨਸ ਦੀ, ਉਹ ਸਭ ਤੋਂ ਪਹਿਲਾਂ ਉਹ ਚੈੱਕ ਕਰਦੇ ਕਿ ਤੁਹਾਡਾ ਵੀਜ਼ਾ ਕਦ ਇਸ਼ੂ ਹੋਇਆ ਸੀ, ਅਨਲੈਸ ਕੋਈ ਫਰਦਰ ਗਾਈਡਲਾਈਨਸ ਹਨ। ਸੈਕਿੰਡ ਜੋ ਤੁਹਾਡਾ ਕੁਐਸਚਨ ਹੈਗਾ ਹੈ ਕਿ ਅਗਰ ਕੋਈ ਬੰਦਾ ਜਿਹਦਾ ਦਾ ਵਰਕ ਪਰਮਿਟ ਉਹ ਇੰਡੀਆ 'ਚ ਸਟਕ ਹੈਗੇ, ਵਰਕ ਪਰਮਿਟ ਉਹਨਾਂ ਦਾ ਐਕਸਪਾਇਰ ਹੋ ਰਿਹਾ, ਹਾਊ ਦੇ ਕੈਨ ਐਕਸਟੈਂਡ, ਅਗੇਨ ਬੜੀ ਹੀ ਲਿਮਿਟਡ ਬੇਸਿਸ ਤੇ ਤੁਸੀਂ ਐਕਸਟੈਂਸ਼ਨ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਪ੍ਰੋਵਿੰਸ਼ੀਅਲ ਨੋਮੀਨੀ ਹੈਗੀ ਹੈ ਇਨ ਰਿਸਪੈਕਟਿਵਲੀ ਕਿਸੇ ਪ੍ਰੋਵਿੰਸ ਦੀ, ਤੁਸੀਂ ਇੱਕ ਪ੍ਰੋਵਿੰਸ਼ੀਅਲ ਨੋਮੀਨੀ ਤੋਂ ਸਪੋਰਟ ਲੈਟਰ ਮੰਗਾ ਸਕਦੇ ਹੋ, ਜੋ ਕਿ ਇੱਕ ਐਗਜ਼ੈਂਪਸ਼ਨ ਹੁੰਦੀ ਹੈ ਵਰਕ ਪਰਮਿਟ ਅਪਲਾਈ ਕਰਨ ਵਾਸਤੇ, ਤੁਸੀਂ ਉਹ ਅਪਲਾਈ ਕਰ ਸਕਦੇ ਹੋ। ਬਟ ਅਗੇਨ ਤੁਹਾਡੇ ਕੋਲ ਇੰਪਲੋਇਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨੀ ਵੀ ਪ੍ਰੋਵਿੰਸ਼ੀਅਲ ਨੋਮੀਨੀ 'ਚ ਐਪਲੀਕੇਸ਼ਨ ਹੁੰਦੀ ਹੈ ਇੰਪਲੋਇਰ ਡਰਿਵਨ ਹੁੰਦੀ ਹੈ। ਦੂਜੀ ਰਿਕੁਆਇਰਮੈਂਟ ਅਗਰ ਤੁਸੀਂ LMI ਬੇਸ ਤੇ ਹੋ ਤੇ ਉਹ ਅਗੇਨ ਉਹ ਇੰਪਲੋਇਰ ਬੇਸ ਰਿਕੁਆਇਰਮੈਂਟ ਹੈਗੀ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹੋ। The third ਜੋ ਬੜੀ ਨੈਰੋ ਰਿਸਟ੍ਰਿਕਸ਼ਨ ਹੈਗੀ ਹੈ ਓਪਨ ਬ੍ਰਿਜਿੰਗ ਵਰਕ ਪਰਮਿਟ, ਬਟ ਉਹਦੇ ਵਾਸਤੇ ਤੁਸੀਂ ਇਨ ਕੈਨੇਡਾ ਹੋਣੇ ਚਾਹੀਦੇ ਹੋ। ਤੇ ਕੱਟ ਸ਼ੋਰੀ ਸਟਾਰਟ ਡਿਪੈਂਡਿੰਗ ਅਪੋਨ ਇਹ ਕਿੰਨੀ ਦੇਰ ਜਾਂਦਾ ਹੈ, ਇਮੀਗ੍ਰੇਸ਼ਨ ਕੈਨੇਡਾ ਕਲੈਰੀਫਾਈ ਕਰੇਗੀ ਜੋ ਸਟੂਡੈਂਟ ਜਾਂ ਜੋ ਵਰਕ ਪਰਮਿਟ ਤੇ ਇੰਡੀਆ 'ਚ ਸਟਕ ਹੈ ਉਹਨਾਂ ਦਾ ਕੀ ਹੋਏਗਾ, ਉਹਨਾਂ ਦੀ ਕੀ ਰਿਕੁਆਇਰਮੈਂਟ ਹੋਏਗੀ, ਉਹ ਹੁਣੇ ਤੱਕ ਕਲੈਰੀਫਾਈ ਨਹੀਂ ਹੋਈ ਹੈ। ਰਿਕਮੈਂਡੇਸ਼ਨ ਹੋਏਗੀ ਰਾਈਟ ਵੇ ਉਹ ਕੁਆਲੀਫਾਈਡ ਲਾਇਰਸ ਤੇ ਕੰਸਲਟੈਂਟ ਨੂੰ ਫੋਲੋ ਅਪ ਕਰਨ, ਕਿਉਂਕਿ ਹਰ ਐਪਲੀਕੇਸ਼ਨ ਇੰਡੀਵਿਜੂਅਲ ਸਰਕਮਸਟੈਂसेस डिफरेंट ਹੁੰਦੇ ਆ। एक रागिनी जी, आई कम अक्रॉस मैनी इंक्वायरीज क्लाइंट्स जो जैसे पर्टिकुलरली स्पाउसल स्पॉन्सरशिप एप्लीकेशंस के अंदर होती है, स्पाउस यहाँ पे PR है, सिटीजन है और अपनी स्पाउस को बाहर से लाइक यू नो दे हैव फाइल्ड द स्पाउसल स्पॉन्सरशिप एप्लीकेशन एंड दे वांट टू ब्रिंग देयर स्पाउसेस अर्ली। अब उसमें कोई ऐसी एग्जेम्पशन नहीं है कि विदाउट वीज़ा यू कैन ट्रैवल। Every person, irrespective of your spouse is in Canada or not, or whether the spouse in Canada is a PR or citizen, जो भी spouse outside है उनको आना है तो कोविड की वजह से उनको कोई exemption नहीं है। They should apply for the visitor visa or any other category they want to apply to come to Canada। अगर जल्दी आना है उन्होंने and spousal sponsorship application is in process, they should apply for visitor visa। COVID-19 की वजह से कोई exemption या waiver नहीं है उसमें कि आपने visitor visa apply नहीं करना, और just because your spousal sponsorship application is processed you can travel to Canada। That's not the case। Every person has to apply first visitor visa application unless they are from visa exempt country। उन लोगों ने वीजा अप्लाई करना पड़ेगा। विदाउट अप्लाइंग फॉर वीजा दे कैन नॉट ट्रैवल। ਜਿਹਦੇ 'ਚ ਤੁਸੀਂ ਸਟਿਲ ਅਗਰ ਤੁਸੀਂ ਕੈਨੇਡੀਅਨ ਤੁਹਾਡੇ ਸਿਟੀਜ਼ਨ ਹੋ, ਤੁਹਾਡੀ ਸਪਾਊਸ ਸਟਿਲ ਇੰਡੀਆ 'ਚ ਹੋਣ, ਜਾਂ ਤੁਸੀਂ ਪਰਮਨੈਂਟ ਰੈਜ਼ੀਡੈਂਸ ਹੋ, ਤੁਹਾਡੇ ਸਪਾਊਸ ਇੰਡੀਆ 'ਚ ਹੋ, ਤੁਸੀਂ ਆ ਸਕਦੇ ਹੋ। ਈਵਨ ਤੁਹਾਨੂੰ ਵੀਜ਼ਾ ਰਿਕੁਆਇਰਮੈਂਟ ਦੀ ਜ਼ਰੂਰਤ ਨਹੀਂ ਹੈਗੀ, ਬਟ ਵੈਰੀ ਸਪੈਸੀਫਿਕ ਸਰਕਮਸਟੈਂਸਸ ਹੈਗੇ। ਅਗੇਨ ਤੁਸੀਂ ਕੁਆਲੀਫਾਈਡ ਲਾਇਰ ਤੇ ਕੰਸਲਟੈਂਟ ਨੂੰ ਫੋਲੋ ਅਪ ਕਰ ਸਕਦੇ ਹੋ ਜੋ ਤੁਹਾਡੀ ਅਸਿਸਟੈਂਟ ਕਰ ਸਕਦਾ ਇਸ ਮੈਟਰ। ਜੀ ਮਨਦੀਪ ਜੀ, ਵਸੀਮ ਜੀ, ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਾਡੇ ਇਸ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੇ ਹਫਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ COVID-19 ਨੂੰ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਕਿਹੜੇ ਬਦਲਾਅ ਕੀਤੇ ਨੇ ਔਰ ਉਹਨਾਂ ਬਦਲਾਵਾਂ ਦਾ ਤੁਹਾਡੇ ਤੇ ਕਿਵੇਂ ਅਸਰ ਪਵੇਗਾ। ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਨੇ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ ਇਸ ਨੰਬਰ ਤੇ।